हाँ जी, सत श्री अकाल जी। की हाल चाल है साਰਿਆਂ ਦਾ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਖੁਸ਼ ਹੋਵੋਗੇ। ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਇਕਨੋਮਿਕਸ ਦਾ ਇੱਕ ਪਾਰਟ ਹੈ ਮਨੀ ਟੌਪਿਕ। ਠੀਕ ਹੈ ਜੀ। ਮਨੀ ਟੌਪਿਕ 'ਚ ਆਪਾਂ ਕੀ ਪੜਾਂਗੇ ਕਿ ਪੈਸਾ ਕਿੱਥੋਂ ਆਇਆ, ਪੈਸੇ ਦੀ ਲੋੜ ਕਿਉਂ ਪਈ, ਪੈਸੇ ਤੋਂ ਪਹਿਲਾਂ ਆਪਾਂ ਕਿਹੜੀ ਚੀਜ਼ ਰਾਹੀਂ ਸਮਾਨ ਖਰੀਦਦੇ ਸੀ ਜਾਂ ਵੇਚਦੇ ਸੀ। ਠੀਕ ਹੈ ਜੀ। ਤੇ ਆਪਣੇ ਇੰਡੀਆ ਵਿੱਚ ਨੋਟ ਕਿੱਥੇ ਕਿੱਥੇ ਛਪਦੇ ਹੈ ਤੇ ਨੋਟਾਂ ਦੇ ਨਾਲ ਨਾਲ ਸਿੱਕੇ ਕਿੱਥੋਂ ਤੱਕ ਛਪਦੇ ਹੈ। ਤੇ ਇਸ ਤੋਂ ਇਲਾਵਾ ਜਿਹੜੀ ਨੋਟਬੰਦੀ ਹੋਈ ਸੀ ਸਭ ਤੋਂ ਪਹਿਲਾਂ ਕਦੋਂ ਹੋਈ ਸੀ ਤੇ ਲਾਸਟ ਟਾਈਮ ਕਦੋਂ ਹੋਈ ਹੈ, ਇਹ ਸਾਰਾ ਕੁਝ ਆਪਾਂ ਕਵਰ ਅਪ ਕਿਸ 'ਚ ਕਰਾਂਗੇ, ਮਨੀ ਟੌਪਿਕ 'ਚ। ਤੇ ਸਭ ਤੋਂ ਪਹਿਲਾਂ ਜਿਹੜਾ ਇਕਨੋਮਿਕਸ ਹੈ, ਇਕਨੋਮਿਕਸ ਦੇ ਵਿੱਚ ਹੀ ਆਉਂਦਾ ਆਪਾਂ ਨੂੰ ਪਤਾ ਮਨੀ ਟੌਪਿਕ, ਕਿਉਂਕਿ ਇਕੋ ਦਾ ਮਤਲਬ ਹੁੰਦਾ ਮਨੀ ਤੇ ਨੋਮਿਕਸ ਦਾ ਮਤਲਬ ਹੁੰਦਾ ਸਟੱਡੀ, ਯਾਨੀ ਕਿ ਪੈਸੇ ਨਾਲ ਜਿੰਨੀ ਵੀ ਰਿਲੇਟਡ ਪੜ੍ਹਾਈ ਹੈ ਪੈਸਿਆਂ ਨੂੰ ਲੈ ਕੇ, ਉਹ ਸਾਰੀ ਕਿਸ 'ਚ ਆਉਂਦੀ ਹੈ, ਇਕਨੋਮਿਕਸ ਦੇ ਵਿੱਚ। ਠੀਕ ਹੈ ਜੀ। ਤੇ ਪੈਸਿਆਂ ਤੋਂ ਪਹਿਲਾਂ ਆਪਾਂ ਨੂੰ ਪਤਾ ਅੱਜ ਦੇ ਟਾਈਮ 'ਚ ਆਪਾਂ ਜਿਹੜੀ ਵੀ ਕੋਈ ਚੀਜ਼ ਖਰੀਦਦੇ ਹਾਂ ਆਪਾਂ ਪੈਸੇ ਦੇ ਕੇ ਖਰੀਦਦੇ ਹਾਂ। ਪਹਿਲਾਂ ਦੇ ਟਾਈਮ ਵਿੱਚ ਕੀ ਹੁੰਦਾ ਸੀਗਾ, ਬਾਰਟਰ ਸਿਸਟਮ। ਬਾਰਟਰ ਸਿਸਟਮ ਦੇ ਵਿੱਚ ਕੀ ਹੁੰਦਾ ਸੀਗਾ ਕਿ ਜੇ ਆਪਾਂ ਕੋਈ ਚੀਜ਼ ਕਿਸ ਤੋਂ ਖਰੀਦਣੀ ਹੈ ਤਾਂ ਆਪਾਂ ਨੂੰ ਜਿਹੜੀ ਚੀਜ਼ ਖਰੀਦਣੀ ਆ, ਯਾਨੀ ਕਿ ਜਿਹੜੀ ਵਸਤੂ ਖਰੀਦਣੀ ਆ, ਉਹਦੇ ਬਦਲੇ ਆਪਾਂ ਨੂੰ ਆਪਣੀ ਕੋਈ ਵਸਤੂ ਦੇਣੀ ਪੈਂਦੀ ਸੀ। ਮੰਨ ਲਓ ਕਿ ਮੇਰੇ ਕੋਲ ਆਟਾ ਜ਼ਿਆਦਾ ਤੇ ਸਾਹਮਣੇ ਵਾਲੇ ਕੋਲ ਦਾਲ ਜ਼ਿਆਦਾ ਹੈ, ਤੇ ਮੈਨੂੰ ਦਾਲ ਦੀ ਲੋੜ ਹੈ ਤੇ ਸਾਹਮਣੇ ਵਾਲੇ ਨੂੰ ਆਟੇ ਦੀ ਲੋੜ ਹੈ, ਤਾਂ ਯਾਨੀ ਕਿ ਵਸਤੂ ਉਹਦੀ ਜਿਹੜੀ ਜ਼ਰੂਰਤ ਆ ਉਹ ਮੇਰੇ ਕੋਲ ਹੈ, ਜਿਹੜੀ ਮੇਰੀ ਜ਼ਰੂਰਤ ਆ ਉਹ ਸਾਹਮਣੇ ਵਾਲੇ ਕੋਲ ਹੈ। ਯਾਨੀ ਕਿ ਵਸਤੂ ਬਦਲੇ ਜਦੋਂ ਆਪਾਂ ਵਸਤੂ ਦਿੰਦੇ ਸੀ ਤਾਂ ਉਸ ਨੂੰ ਕੀ ਕਹਿੰਦੇ ਸੀ, ਬਾਰਟਰ ਸਿਸਟਮ। ਯਾਨੀ ਕਿ ਇੱਕ ਦੂਜੇ ਦੀ ਜ਼ਰੂਰਤ ਆਪਾਂ ਕਿੱਦਾਂ ਪੂਰੀ ਕਰਦੇ ਸੀਗੇ, ਵਸਤੂ ਬਦਲੇ ਵਸਤੂ ਦੇ ਕੇ। ਠੀਕ ਹੈ ਜੀ। ਤੇ ਜਦੋਂ ਕਾਫੀ ਟਾਈਮ ਤੱਕ ਬਾਰਟਰ ਸਿਸਟਮ ਕਾਮਯਾਬ ਨਾ ਹੋ ਸਕਿਆ ਤਾਂ ਉਸ ਤੋਂ ਬਾਅਦ ਕਿਹੜਾ ਸਿਸਟਮ ਸ਼ੁਰੂ ਹੋਇਆ, ਮਨੀ ਸਿਸਟਮ, ਯਾਨੀ ਕਿ ਪੈਸਿਆਂ ਦਾ ਲੈਣ ਦੇਣ। ਤੇ ਇਸ ਨੂੰ ਕੀ ਬੋਲਦੇ ਆ, ਐਕਸਚੇਂਜ ਮੀਡੀਅਮ। ਠੀਕ ਹੈ ਜੀ। ਐਕਸਚੇਂਜ ਮੀਡੀਅਮ 'ਚ ਕੀ ਹੁੰਦਾ ਕਿ ਆਪਾਂ ਨੂੰ ਪਤਾ ਜਿੱਦਾਂ ਅੱਜ ਦਾ ਸਮੇਂ ਆ, ਜੇ ਕੋਈ ਆਪਾਂ ਚੀਜ਼ ਖਰੀਦਣੀ ਹੈ ਤਾਂ ਆਪਾਂ ਪੈਸੇ ਦੇ ਕੇ ਖਰੀਦਦੇ ਹਾਂ, ਜੇ ਕੋਈ ਆਪਾਂ ਚੀਜ਼ ਵੇਚਣੀ ਹੈ ਤਾਂ ਪੈਸੇ ਦੇ ਕੇ ਆਪਾਂ ਚੀਜ਼ ਵੇਚ ਦਿੰਦੇ ਹਾਂ। ਇਹੀ ਹੋ ਗਿਆ ਆਪਣਾ ਬਾਰਟਰ ਸਿਸਟਮ। ਤੇ ਬਾਰਟਰ ਸਿਸਟਮ ਤੋਂ ਬਾਅਦ ਜਿਹੜਾ ਆਇਆ ਸੀਗਾ ਮਨੀ ਸਿਸਟਮ। ਇੱਕ ਕੁਐਸਚਨ ਬਣਦਾ ਕਿ ਸਭ ਤੋਂ ਪੁਰਾਣਾ ਸਿਸਟਮ ਕਿਹੜਾ ਹੈ ਪੈਸੇ ਨਾਲ ਰਿਲੇਟਡ, ਕਿ ਕੋਈ ਚੀਜ਼ ਖਰੀਦਣੀ ਹੈ ਵੇਚਣੀ ਹੈ ਉਸ ਨਾਲ ਰਿਲੇਟਡ ਜਿਹੜਾ ਸਭ ਤੋਂ ਪੁਰਾਣਾ ਸਿਸਟਮ ਆ ਉਹ ਕਿਹੜਾ ਹੈ, ਤਾਂ ਆਨਸਰ ਰਾਈਟ ਆਨਸਰ ਹੈ ਇਹਦਾ ਬਾਰਟਰ ਸਿਸਟਮ। ਹਾਂਜੀ, ਆਪਾਂ ਬਾਰਟਰ ਸਿਸਟਮ ਬਾਰੇ ਪੜ੍ਹ ਲਿਆ। ਤੇ ਉਸ ਤੋਂ ਬਾਅਦ ਬਾਰਟਰ ਸਿਸਟਮ ਜਦੋਂ ਫੇਲ ਹੋ ਗਿਆ ਸੀਗਾ ਉਸ ਤੋਂ ਬਾਅਦ ਕਿਹੜਾ ਸਿਸਟਮ ਸ਼ੁਰੂ ਹੋਇਆ, ਮਨੀ ਸਿਸਟਮ। ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਕਿ ਕਾਗਜ਼ ਦੇ ਜਿਹੜੇ ਨੋਟ ਸੀ ਸਭ ਤੋਂ ਪਹਿਲਾਂ ਕਿਸ ਨੇ ਬਣਾਉਣੇ ਸ਼ੁਰੂ ਕੀਤੇ ਸੀ। ਇਹਦਾ ਰਾਈਟ ਆਨਸਰ ਹੈ ਚੀਨ। 7ਵੀਂ ਸ਼ਤਾਬਦੀ ਵਿੱਚ ਚੀਨ ਦੁਆਰਾ ਜਿਹੜੇ ਕਾਗਜ਼ ਦੇ ਨੋਟ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਸੀ। ਤੇ ਉਸ ਤੋਂ ਬਾਅਦ ਜਿਹੜੇ ਪਲਾਸਟਿਕ ਦੇ ਨੋਟ, ਇੰਪੋਰਟੈਂਟ ਕੁਐਸਚਨ ਹੈ ਇਹ, ਪਲਾਸਟਿਕ ਦੇ ਨੋਟ ਬਣਾਉਣ ਵਾਲਾ ਪਹਿਲਾ ਦੇਸ਼ ਕਿਹੜਾ ਸੀ, ਤੇ ਇਹਦਾ ਰਾਈਟ ਆਨਸਰ ਹੈ ਆਸਟ੍ਰੇਲੀਆ। ਆਸਟ੍ਰੇਲੀਆ ਦੇਸ਼ ਹੈ ਜੋ ਪਹਿਲਾ ਦੇਸ਼ ਸੀਗਾ ਜਿਸ ਨੇ ਪਲਾਸਟਿਕ ਦੇ ਨੋਟ ਬਣਾਉਣੇ ਸ਼ੁਰੂ ਕੀਤੇ ਸੀ। ਆਪਾਂ ਨੂੰ ਪਤਾ ਕਿ ਆਪਣੇ ਜਿਹੜੇ ਇੰਡੀਆ 'ਚ ਨੋਟ ਕੌਣ ਛਾਪਦਾ, ਆਰਬੀਆਈ। ਬਟ 1937 ਵਿੱਚ ਕੁਐਸਚਨ ਬਣਦਾ ਕਿ ਆਪਣੇ ਇੰਡੀਆ ਵਿੱਚ ਸਭ ਤੋਂ ਪਹਿਲਾ ਨੋਟ ਕਿਸ ਦੁਆਰਾ ਬਣਾਇਆ ਗਿਆ ਸੀਗਾ, ਤਾਂ ਇਹਦਾ ਰਾਈਟ ਆਨਸਰ ਹੈ ਗਵਰਨਮੈਂਟ ਆਫ ਇੰਡੀਆ ਦੁਆਰਾ। ਭਾਰਤ ਸਰਕਾਰ ਦੁਆਰਾ ਜਿਹੜਾ ਪਹਿਲਾ ਨੋਟ ਸੀਗਾ 1937 ਵਿੱਚ ਬਣਾਇਆ ਗਿਆ ਸੀਗਾ। ਕਿਸ ਦੇ ਨਾਮ ਤੇ ਬਣਾਇਆ ਸੀਗਾ, ਗਵਰਨਮੈਂਟ ਆਫ ਇੰਡੀਆ ਦੇ ਨਾਮ ਤੇ। ਯਾਦ ਰੱਖਿਓ ਆਰਬੀਆਈ ਨਹੀਂ ਹੋਊਗਾ ਇਹਦਾ ਆਨਸਰ, ਇਹਦਾ ਰਾਈਟ ਆਨਸਰ ਆਏਗਾ ਗਵਰਨਮੈਂਟ ਆਫ ਇੰਡੀਆ, ਕਿਉਂਕਿ ਪੇਪਰ 'ਚ ਆਰਬੀਆਈ ਵੀ ਆਪਸ਼ਨ ਦਿੱਤੀ ਹੈ। ਠੀਕ ਹੈ ਜੀ। ਬਟ ਆਪਾਂ ਆਪਸ਼ਨ ਕਿਹੜੀ ਟਿਕ ਕਰਨੀ ਹੈ, ਗਵਰਨਮੈਂਟ ਆਫ ਇੰਡੀਆ, ਕਿਉਂਕਿ 1937 ਵਿੱਚ ਗਵਰਨਮੈਂਟ ਆਫ ਇੰਡੀਆ ਨੇ ਹੀ ਪਹਿਲਾ ਨੋਟ ਬਣਾਇਆ ਸੀ। ਤੇ ਆਪਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਜਿਹੜਾ ਪਹਿਲਾ ਨੋਟ ਕਦੋਂ ਛਾਪਿਆ ਗਿਆ ਸੀਗਾ ਗਵਰਨਮੈਂਟ ਆਫ ਇੰਡੀਆ ਦੁਆਰਾ 1938 ਦੇ ਵਿੱਚ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਹੜੇ ਆਰਬੀਆਈ ਸੀਗੇ ਐਸਟੈਬਲਿਸ਼ ਕਦੋਂ ਹੋਈ ਸੀ, ਆਰਬੀਆਈ ਦੀ ਸਥਾਪਨਾ ਕਦੋਂ ਹੋਈ ਸੀ ਆਪਣੀ, 1935 ਚ। ਤੇ ਕਿਹੜੇ ਸੈਕਸ਼ਨ ਦੇ ਅੰਡਰ ਹੋਈ ਸੀਗੀ, ਅੰਡਰ ਸੈਕਸ਼ਨ 22 ਆਰਬੀਆਈ ਐਕਟ 1934। ਯਾਦ ਰੱਖਿਓ ਪੇਪਰ 'ਚ ਆਉਂਦਾ ਕਿ ਆਰਬੀਆਈ ਦਾ ਕਿਹੜਾ ਐਕਟ ਹੈ, ਤਾਂ 1934। ਆਰਬੀਆਈ ਬਣੀ ਕਦੋਂ ਸੀ, 1935 ਵਿੱਚ। ਠੀਕ ਹੈ ਜੀ। ਤੇ ਆਰਬੀਆਈ ਦੁਆਰਾ ਜਿਹੜਾ ਪਹਿਲਾ ਨੋਟ ਹੈ ਕਦੋਂ ਛਾਪਿਆ ਗਿਆ ਸੀਗਾ, 1938 ਵਿੱਚ। ਤੇ ਗਵਰਨਮੈਂਟ ਆਫ ਇੰਡੀਆ ਦੁਆਰਾ ਜਿਹੜਾ ਪਹਿਲਾ ਨੋਟ ਸੀਗਾ ਕਦੋਂ ਛਾਪਿਆ ਗਿਆ ਸੀਗਾ, 1937 ਚ। ਥੋੜਾ ਕਨਫਿਊਜ਼ਿੰਗ ਹੈ ਬਟ ਯਾਦ ਰੱਖਿਓ ਗਵਰਨਮੈਂਟ ਆਫ ਇੰਡੀਆ ਦੁਆਰਾ ਜਿਹੜਾ ਛਾਪਿਆ ਗਿਆ ਸੀਗਾ 1937 ਚ, ਆਰਬੀਆਈ ਦੁਆਰਾ ਜਿਹੜਾ ਪਹਿਲਾ ਨੋਟ ਛਾਪਿਆ ਗਿਆ ਸੀਗਾ 1938 ਚ। ਹੁਣ ਕਿਹੜੇ ਸੈਕਸ਼ਨ ਦੇ ਅੰਡਰ ਜਿਹੜਾ ਆਰਬੀਆਈ ਨੋਟ ਛਾਪ ਸਕਦਾ, ਤਾਂ ਅੰਡਰ ਸੈਕਸ਼ਨ 24। ਅੰਡਰ ਸੈਕਸ਼ਨ 24 ਦੇ ਅਕੋਰਡਿੰਗ ਕੀ ਹੈ, ਆਰਬੀਆਈ ਨੋਟ ਛਾਪ ਸਕਦਾ। ਤੇ ਵੱਡੇ ਤੋਂ ਵੱਡਾ ਨੋਟ ਆਪਾਂ ਨੂੰ ਪਤਾ ਅੱਜ ਦੇ ਟਾਈਮ 'ਚ ਵੱਡਾ ਨੋਟ ਕਿਹੜਾ ਹੈ, 2000 ਰੁਪਏ ਦਾ। ਤੇ ਆਰਬੀਆਈ ਕੋਲ ਕਿੰਨੀ ਕੀ ਅਥਾਰਟੀ ਹੈ ਕਿ ਕਿੰਨਾ ਕੁ ਵੱਡਾ ਨੋਟ ਛਾਪ ਸਕਦਾ, ਤਾਂ ਉਹਦਾ ਰਾਈਟ ਆਨਸਰ ਹੈ 10000 ਰੁਪਏ ਦਾ ਨੋਟ ਛਾਪ ਸਕਦਾ ਆਰਬੀਆਈ। ਯਾਨੀ ਕਿ 10000 ਦਾ ਇੱਕ ਨੋਟ
ਕੌਣ ਛਾਪ ਸਕਦਾ? ਆਰਬੀਆਈ। ਤੇ ਵੱਡੇ ਤੋਂ ਵੱਡਾ ਸਿੱਕਾ ਆਪਾਂ ਨੂੰ ਪਤਾ ਕਿ ਅੱਜ ਦੇ ਟਾਈਮ 'ਚ ਆਪਾਂ 10 ਦਾ ਹੀ ਸਿੱਕਾ ਦੇਖਿਆ ਆਪਣੇ ਹਰ ਕੋਲ, ਠੀਕ ਹੈ ਜੀ, ਹਰੇ ਕੋਲ 10 ਦਾ ਹੀ ਸਿੱਕਾ ਹੁੰਦਾ ਆ। ਤੇ ਵੱਡੇ ਤੋਂ ਵੱਡਾ ਸਿੱਕਾ ਕਿੰਨੇ ਤੱਕ ਦਾ ਛਾਪ ਸਕਦਾ? ਤਾਂ ਉਹਦਾ ਰਾਈਟ ਆਨਸਰ ਹੈ 1000 ਰੁਪਏ ਦਾ। 1000 ਦਾ ਸਿੱਕਾ ਯਾਨੀ ਕਿ ਜੇ ਆਰਬੀਆਈ ਚਾਹੇ ਤਾਂ ਉਹ ਛਾਪ ਸਕਦੀ ਹੈ। ਹਾਂਜੀ, ਆਪਾਂ ਪੜ੍ਹ ਲਿਆ ਕਿ ਬਾਰਟਰ ਸਿਸਟਮ ਕੀ ਹੁੰਦਾ ਹੈ, ਤੇ ਉਸ ਤੋਂ ਬਾਅਦ ਪਹਿਲਾ ਨੋਟ ਕਿੰਨੇ ਛਾਪਿਆ ਸੀਗਾ ਗਵਰਨਮੈਂਟ ਆਫ ਇੰਡੀਆ ਨੇ, ਤੇ ਆਰਬੀਆਈ ਦੁਆਰਾ ਜਿਹੜਾ ਪਹਿਲਾ ਨੋਟ ਕਦੋਂ ਛਾਪਿਆ ਗਿਆ ਸੀਗਾ? 1938 ਵਿੱਚ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਹੜੀ ਨੋਟਬੰਦੀ, ਆਪਣੇ ਇੰਡੀਆ 'ਚ ਨੋਟਬੰਦੀ ਕਿੰਨੇ ਵਾਰ ਹੋਈ ਹੈ? ਸਭ ਤੋਂ ਪਹਿਲਾ ਕੁਐਸਚਨ ਤਾਂ ਡਾਇਰੈਕਟ ਇਹੀ ਬਣਦਾ, ਤੇ 3 ਵਾਰ ਨੋਟਬੰਦੀ ਹੋਈ ਹੈ ਆਪਣੇ ਇੰਡੀਆ ਦੇ ਵਿੱਚ। ਸਭ ਤੋਂ ਪਹਿਲੀ ਵਾਰੀ ਨੋਟਬੰਦੀ ਕਦੋਂ ਹੋਈ ਸੀ? 1946 ਵਿੱਚ। ਆਪਾਂ ਨੂੰ ਪਤਾ ਕਿ ਦੇਸ਼ ਕਦੋਂ ਆਜ਼ਾਦ ਹੋਇਆ ਸੀਗਾ? 1947 ਵਿੱਚ। ਯਾਨੀ ਕਿ 1946 ਵਿੱਚ ਕੋਈ ਪੀਐਮ ਨਹੀਂ ਸੀ, ਠੀਕ ਹੈ, ਯਾਨੀ ਕਿ ਕੋਈ ਵੀ ਪ੍ਰਧਾਨ ਮੰਤਰੀ ਨਹੀਂ ਸੀ। ਤੇ 1946 ਵਿੱਚ ਜਦੋਂ ਨੋਟਬੰਦੀ ਹੋਈ ਸੀ ਤਾਂ ਕਿਹੜੇ ਨੋਟ ਬੰਦ ਕੀਤੇ ਗਏ ਸੀ? ਜਿੱਦਾਂ ਆਪਾਂ ਨੂੰ ਪਤਾ ਹੈ ਕਿ ਜਿਹੜਾ 8 ਨਵੰਬਰ ਨੂੰ ਜਿਹੜੀ ਨੋਟਬੰਦੀ ਹੋਈ ਸੀ ਲਾਸਟ ਟਾਈਮ, ਥਰਡ ਟਾਈਮ, ਉਸ ਟਾਈਮ ਕਿਹੜੇ ਨੋਟ ਬੰਦ ਕਰਤੇ ਸੀਗੇ? 500 ਤੇ 1000 ਵਾਲੇ, ਯਾਨੀ ਕਿ ਉਹਨਾਂ ਦੀ ਕੀਮਤ ਸੀ ਜਿਹੜੀ ਖਤਮ ਕਰਤੀ ਸੀ। ਤੇ 1946 ਵਿੱਚ ਕਿਹੜੇ ਨੋਟ ਬੰਦ ਹੋਏ ਸੀਗੇ? 10000 ਵਾਲੇ, ਯਾਨੀ ਕਿ ਸਭ ਤੋਂ ਵੱਡਾ ਨੋਟ ਉਸ ਟਾਈਮ ਕਿਹੜਾ ਸੀਗਾ? 10000 ਦਾ ਸੀਗਾ ਇੱਕ ਨੋਟ। ਉਹਨੂੰ ਕੀ ਕੀਤਾ ਸੀਗਾ? ਬੰਦ ਕਰਤੇ ਸੀਗੇ। ਤੇ ਹੁਣ ਭਾਰਤ ਵਿੱਚ ਸਭ ਤੋਂ ਵੱਡਾ ਨੋਟ ਕਿਹੜਾ ਰਹਿ ਗਿਆ ਸੀਗਾ? ਜਦੋਂ ਦੂਜੀ ਵਾਰ ਨੋਟਬੰਦੀ ਹੋਈ ਸੀ 1978 ਦੇ ਵਿੱਚ, ਉਸ ਟਾਈਮ ਕੀ ਕੀਤਾ ਸੀਗਾ ਭਾਰਤ ਸਰਕਾਰ ਨੇ? 5000 ਵਾਲੇ ਜਿਹੜੇ ਨੋਟ ਰਹਿ ਗਏ ਸੀ ਉਹਨਾਂ ਦੇ ਵੀ ਕੀ ਕੀਤਾ ਸੀਗਾ? ਬੈਨ ਕਰਤਾ ਸੀਗਾ, ਤੇ ਉਹਨਾਂ ਦੀ ਕੀਮਤ ਕਿਹੜੀ ਸੀ? ਖਤਮ ਕਰਤੀ ਸੀ। ਉਸ ਸਮੇਂ ਜਿਹੜੇ ਪ੍ਰਧਾਨ ਮੰਤਰੀ ਕੌਣ ਸੀ? ਮੋਰਾਰਜੀ ਦੇਸਾਈ। ਇੰਪੋਰਟੈਂਟ ਕੁਐਸਚਨ ਹੈ ਕਿ ਜਦੋਂ ਸੈਕਿੰਡ ਟਾਈਮ ਆਪਣੀ ਨੋਟਬੰਦੀ ਹੋਈ ਸੀ ਉਸ ਟਾਈਮ ਜਿਹੜੇ ਪ੍ਰਧਾਨ ਮੰਤਰੀ ਕੌਣ ਸੀ? ਮੋਰਾਰਜੀ ਦੇਸਾਈ। ਹਾਂਜੀ, ਜਿਹੜੀ ਤੀਜੀ ਵਾਰ ਜਿਹੜੀ ਨੋਟਬੰਦੀ ਹੋਈ ਸੀ ਉਹ ਹੋਈ ਸੀ 8 ਨਵੰਬਰ 2016 ਨੂੰ। ਆਹ ਦਿਨ ਤਾਂ ਵੈਸੇ ਕਿਸੇ ਨੂੰ ਨਹੀਂ ਭੁੱਲਣਾ, ਕਿਉਂਕਿ ਉਸ ਤੋਂ ਬਾਅਦ ਬਹੁਤ ਲੋਕੀ ਲਾਈਨ ਤੇ ਲੱਗੇ ਸੀਗੇ ਬੈਂਕ 'ਚ ਜਾ ਕੇ, ਬੈਂਕ ਵਾਲਿਆਂ ਨੂੰ ਗਾਲਾਂ ਕੱਢਦੇ ਸੀ ਉਸ ਟਾਈਮ। ਤੇ 8 ਨਵੰਬਰ 2016 ਨੂੰ ਤੈਅ ਕੀਤਾ ਗਿਆ ਸੀਗਾ ਕਿ ਤੀਜੀ ਨੋਟਬੰਦੀ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ, ਠੀਕ ਹੈ ਜੀ। ਤੇ ਉਸ ਤੋਂ ਪਹਿਲਾਂ ਤੀਜੀ ਨੋਟਬੰਦੀ 8 ਨਵੰਬਰ 2016 ਨੂੰ, ਤੇ ਉਸ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਸੀਗਾ ਸਰਕਾਰ ਨੇ? 1 ਜੂਨ 2016 ਤੋਂ ਲੈ ਕੇ 30 ਸਤੰਬਰ 2016 ਤੱਕ, ਯਾਨੀ ਕਿ 4 ਮਹੀਨੇ, ਠੀਕ ਹੈ, ਇੱਕ ਯੋਜਨਾ ਚਲਾਈ ਸੀ। ਯੋਜਨਾ ਦਾ ਨਾਮ ਕੀ ਸੀਗਾ? ਇੱਕ ਯੋਜਨਾ ਚਲਾਈ ਸੀ, ਯੋਜਨਾ ਦਾ ਨਾਮ ਸੀਗਾ ਇਨਕਮ ਡੈਕਲੇਰੇਸ਼ਨ ਸਕੀਮ। ਬਟ 1 ਜੂਨ 2016 ਤੋਂ 30 ਸਤੰਬਰ 2016 ਤੱਕ ਨਾ ਇੱਕ ਸਕੀਮ ਸ਼ੁਰੂ ਕੀਤੀ ਗਈ ਸੀ ਜਿਹਦਾ ਨਾਮ ਸੀਗਾ ਇਨਕਮ ਡੈਕਲੇਰੇਸ਼ਨ ਸਕੀਮ। ਇਹਦੇ 'ਚ ਕੀ ਕੀਤਾ ਸੀਗਾ ਸਰਕਾਰ ਨੇ ਕਿ ਜਿਹੜਾ ਲੋਕਾਂ ਕੋਲ ਵੀ ਬਲੈਕ ਮਨੀ ਹੈ ਉਹਨਾਂ ਨੂੰ ਕੀ ਕਿਹਾ ਕਿ ਤੁਸੀਂ ਆਪਣੀ ਇਨਕਮ ਡਿਕਲੇਅਰ ਕਰ ਦਿਓ, ਕਿ ਜਿੰਨਾ ਤੁਹਾਡੇ ਕੋਲ ਕਾਲਾ ਧਨ ਆ ਸਾਡੇ ਕੋਲ ਲਿਆਓ, ਸਾਡੇ ਸਾਹਮਣੇ ਪੇਸ਼ ਕਰ ਦਿਓ। ਉਹਦੇ ਵਿੱਚੋਂ ਜਿਹੜਾ 45% ਹੈ, ਜਿੰਨੀ ਵੀ ਤੁਹਾਡੇ ਕੋਲ ਕਾਲਾ ਧਨ ਹੈ ਜਿੰਨਾ ਵੀ, ਠੀਕ ਹੈ, ਉਸ 'ਚ ਜਿਹੜਾ 45% ਹੈ ਕਿਹਦਾ ਹੋਏਗਾ? ਗਵਰਨਮੈਂਟ ਦਾ, ਯਾਨੀ ਕਿ ਟੈਕਸ ਦੇ ਰੂਪ ਵਿੱਚ ਗਵਰਨਮੈਂਟ ਨੂੰ ਦੇ ਦਿਓ। ਤੇ ਜਿਹੜਾ ਬਾਕੀ 55% ਹੈ ਉਹ ਤੁਸੀਂ ਵਾਈਟ ਮਨੀ ਦੇ ਤੌਰ ਤੇ ਵਾਪਸ ਲੈ ਜਾਓ। ਯਾਨੀ ਕਿ ਇਹ ਸਕੀਮ ਕਿਉਂ ਸ਼ੁਰੂ ਕੀਤੀ ਗਈ ਸੀ? ਸਜ਼ਾ ਤੋਂ ਬਚਣ ਲਈ, ਕਿ ਜਿਨ੍ਹਾਂ ਕੋਲ ਵੀ ਕਾਲਾ ਧਨ ਹੈ ਬਈ ਲਿਆ ਕੇ ਸਾਨੂੰ ਦੇ ਦਿਓ, 45% ਸਾਡਾ। ਸਰਕਾਰ ਨੇ ਸਿੱਧੇ ਕਿਹਾ ਕਿ 45% ਸਾਡਾ, 55% ਤੁਸੀਂ ਰੱਖੋ। ਨੋਟਬੰਦੀ ਕਦੋਂ ਹੋਈ ਸੀਗੀ? 8 ਨਵੰਬਰ 2016 ਨੂੰ। ਨੋਟਬੰਦੀ ਤੋਂ ਪਹਿਲਾਂ ਸਰਕਾਰ ਨੇ ਇੱਕ ਸਕੀਮ ਕੱਢਤੀ ਸੀਗੀ ਇਨਕਮ ਡੈਕਲੇਰੇਸ਼ਨ ਸਕੀਮ, ਕਿ ਜਿਹਨਾਂ ਕੋਲ ਵੀ ਕਾਲਾ ਧਨ ਹੈ ਬਈ ਲਿਆ ਕੇ ਸਾਨੂੰ ਦੇ ਦਿਓ, 45% ਸਾਡਾ, ਬਾਕੀ 55% ਤੁਸੀਂ ਆਪ ਰੱਖੋ। ਬਟ ਲੋਕੀ ਵੀ ਅੱਗੇ ਸਕੀਮੀ ਸੀਗੇ, ਉਹਨਾਂ ਨੇ ਕਾਲਾ ਧਨ ਸੁੱਟਣਾ ਉਹ ਸਮਝਿਆ, ਬਟ ਸਰਕਾਰ ਨੂੰ ਦੇਣਾ ਜ਼ਰੂਰੀ ਨਹੀਂ ਸਮਝਿਆ। ਤੇ ਉਸ ਤੋਂ ਬਾਅਦ ਜਦੋਂ ਨੋਟਬੰਦੀ ਵੀ ਹੋ ਗਈ, ਉਸ ਤੋਂ ਬਾਅਦ ਸਰਕਾਰ ਨੇ ਇੱਕ ਹੋਰ ਸਕੀਮ ਚਲਾਈ, ਕਿਉਂਕਿ ਸਰਕਾਰ ਦੇਖ ਰਹੀ ਸੀਗੀ ਕਿ ਲਗਾਤਾਰ ਕਦੀ ਨਹਿਰਾਂ ਦੇ ਕੰਢੇ ਤੇ ਨੋਟ ਸੁੱਟੇ ਜਾ ਰਹੇ ਨੇ, ਗਟਰਾਂ 'ਚ ਨੋਟ ਸੁੱਟੇ ਜਾ ਰਹੇ ਨੇ, ਕਦੇ ਰੋਡ ਤੇ ਨੋਟ ਸੁੱਟੇ ਜਾ ਰਹੇ ਨੇ। ਇਹਨਾਂ ਨੂੰ ਦੇਖਦੇ ਹੋਏ ਸਰਕਾਰ ਨੇ ਇੱਕ ਸਕੀਮ ਚਲਾਈ ਸੀ, ਕਿਉਂਕਿ ਸਰਕਾਰ ਨੂੰ ਪਤਾ ਸੀਗਾ ਕਿ ਹਜੇ ਵੀ ਕਾਲਾ ਧਨ ਲੋਕਾਂ ਨੇ ਲੁਕਾ ਕੇ ਰੱਖਿਆ ਹੋਇਆ ਹੈ, ਠੀਕ ਹੈ। ਤੇ ਸਰਕਾਰ ਨੇ ਸਕੀਮ ਚਲਾਈ 17 ਦਸੰਬਰ 2016 ਤੋਂ 31 ਮਾਰਚ 2017 ਤੱਕ ਇੱਕ ਸਕੀਮ ਚਲਾਈ ਜਿਹਦਾ ਨਾਮ ਸੀਗਾ PMGKY, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ। ਇਹਦੇ ਵਿੱਚ ਸਰਕਾਰ ਨੇ ਕੀ ਕਿਹਾ ਸੀਗਾ ਕਿ ਬਈ ਤੁਹਾਡੇ ਕੋਲ ਜਿੰਨਾ ਵੀ ਕਾਲਾ ਧਨ ਹੈ ਤੁਸੀਂ ਲਿਆ ਕੇ ਸਾਨੂੰ ਦਵੋ, ਜਿਸ 'ਚ 50% ਟੈਕਸ ਦੇ ਰੂਪ ਵਿੱਚ ਸਾਨੂੰ ਦੇ ਦਿਓ ਤੇ 50% ਤੁਸੀਂ ਆਪ ਰੱਖ ਲਓ। ਬਟ ਜਿਹੜਾ 50% ਸੀਗਾ ਸਰਕਾਰ ਨੇ ਸ਼ਰਤ ਰੱਖਤੀ ਕਿ ਤੁਹਾਨੂੰ 25% ਤਾਂ ਅਸੀਂ ਐਟ ਏ ਟਾਈਮ ਦੇ ਦਾਂਗੇ, ਤੇ ਜਿਹੜਾ ਬਾਕੀ 25% ਆ ਤੁਹਾਨੂੰ ਮਿਲੂਗਾ 4 ਸਾਲਾਂ ਬਾਅਦ। ਹੁਣ ਇਹਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਕਿਉਂ ਕਿਹਾ ਜਾਂਦਾ? ਕਿ ਜਿਹੜਾ ਆਹ 50% ਜਿਹੜਾ ਟੈਕਸ ਸਰਕਾਰ ਰੱਖ ਰਹੀ ਸੀ, ਇਸ 'ਚੋਂ 1/5 ਯਾਨੀ ਕਿ ਇਹਦਾ 5ਵਾਂ ਹਿੱਸਾ ਜਿੰਨਾ ਵੀ ਕਾਲੇ ਧਨ ਦਾ ਹੋਊਗਾ ਇਹ ਕਿਹਦੇ ਤੇ ਖਰਚ ਕਰੇਗੀ?
ਗਰੀਬ ਯੋਜਨਾਵਾਂ ਦੇ ਯਾਨੀ ਕਿ ਵੈਲਫੇਅਰ ਤੇ। ਹਾਂਜੀ, ਜਦੋਂ ਸਰਕਾਰ ਨੇ ਨਾ ਨੋਟਬੰਦੀ ਕੀਤੀ ਸੀ ਉਸ ਟਾਈਮ ਉਹਨਾਂ ਨੇ ਇੱਕ ਵਰਡ ਯੂਜ਼ ਕੀਤਾ ਸੀਗਾ, ਇੱਕ ਸ਼ਬਦ ਵਰਤਿਆ ਸੀਗਾ। ਉਹ ਸ਼ਬਦ ਕਿਹੜਾ ਸੀਗਾ? ਲੀਗਲ ਟੈਂਡਰ। ਲੀਗਲ ਟੈਂਡਰ ਨਾਂ ਦਾ ਇੱਕ ਸ਼ਬਦ ਵਰਤਿਆ ਸੀਗਾ, ਜਿਸ ਦਾ ਮਤਲਬ ਕੀ ਸੀਗਾ ਕਿ ਪੈਸੇ ਦੀ ਜਿਹੜੀ ਕੀਮਤ ਹੈ ਉਹ ਸਿਰਫ ਇੱਕ ਤੈਅ ਕੀਤੀ ਗਈ ਮਿਤੀ ਤੱਕ ਯਾਨੀ ਕਿ ਡੇਟ ਤੱਕ ਹੀ ਰਹੂਗੀ, ਉਸ ਤੋਂ ਬਾਅਦ ਉਹਦੀ ਜਿਹੜੀ ਕੀਮਤ ਹੈ ਉਹ ਖਤਮ ਹੋ ਜਾਏਗੀ। ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਨੋਟਬੰਦੀ ਸੀ ਉਸ ਤੋਂ ਬਾਅਦ ਸਰਕਾਰ ਨੇ ਇੱਕ ਟਾਈਮ ਦਿੱਤਾ ਸੀਗਾ ਕਿ ਇੰਨੇ ਟਾਈਮ ਤੱਕ ਤੁਹਾਡੇ ਕੋਲ ਜਿਹੜੇ ਵੀ 1000 ਤੇ 500 ਦੇ ਨੋਟ ਨੇ ਉਹ ਜਾ ਕੇ ਬੈਂਕ 'ਚ ਜਮ੍ਹਾਂ ਕਰ ਦਿਓ ਤੇ ਉਹਦੇ ਬਦਲੇ ਤੁਹਾਨੂੰ ਦੂਜੇ ਨੋਟ ਦੇ ਦਿੱਤੇ ਜਾਣਗੇ। ਠੀਕ ਹੈ, ਯਾਨੀ ਕਿ 1000 ਅਤੇ 500 ਦੇ ਨੋਟ ਦੀ ਇੱਕ ਕੀਮਤ ਤੈਅ ਕਰਤੀ ਸੀਗੀ, ਇੱਕ ਮਿਤੀ ਤੈਅ ਕਰਤੀ ਸੀਗੀ ਕਿ ਉਹ ਮਿਤੀ ਤੱਕ ਹੀ, ਉਹ ਡੇਟ ਤੱਕ ਹੀ ਇਹਨਾਂ ਦੀ ਕੀਮਤ ਰਹੂਗੀ 1000 500 ਦੀ। ਉਸ ਤੋਂ ਬਾਅਦ ਉਹ ਡੇਟ ਤੋਂ ਬਾਅਦ ਉਹ ਜਿਹੜੇ ਨੋਟ ਦੀ ਕੀਮਤ ਆ ਉਹ ਖਤਮ ਹੋ ਜਾਏਗੀ। ਯਾਨੀ ਹਾਂਜੀ, ਜਿੱਦਾਂ ਕਿ ਆਪਾਂ ਨੋਟਬੰਦੀ ਬਾਰੇ ਪੜ੍ਹ ਚੁੱਕੇ ਹਾਂ ਕਿ ਨੋਟਬੰਦੀ ਕਿੰਨੇ ਵਾਰ ਹੋਈ ਸੀ, ਨੋਟਬੰਦੀ ਤੋਂ ਪਹਿਲਾਂ ਕਿਹੜੀ ਸਕੀਮ ਲੱਗੀ ਸੀ ਤੇ ਨੋਟਬੰਦੀ ਤੋਂ ਬਾਅਦ ਸਰਕਾਰ ਨੇ ਕਿਹੜੀ ਯੋਜਨਾ ਚਲਾਈ ਸੀ ਤੇ ਬਾਰੇ। ਡੈਸੀਮਲ ਸਿਸਟਮ ਪੇਪਰ 'ਚ ਕੁਐਸਚਨ ਆਉਂਦਾ ਕਿ ਕਦੋਂ ਸ਼ੁਰੂ ਕੀਤਾ ਗਿਆ ਸੀਗਾ? 1957 ਵਿੱਚ। ਡੈਸੀਮਲ ਸਿਸਟਮ ਹੁੰਦਾ ਕੀ ਆ? ਆਪਾਂ ਨੂੰ ਪਤਾ ਕਿ ਪਹਿਲਾਂ ਹੁੰਦਾ ਕੀ ਸੀਗਾ ਕਿ ਪੈਸੇ ਦੀ ਜਗ੍ਹਾ ਆਨਾ ਚੱਲਦਾ ਸੀਗਾ, 1 ਆਨਾ 2 ਆਨਾ 3 ਆਨਾ। ਉਸ ਟਾਈਮ ਕੀ ਹੁੰਦਾ ਸੀਗਾ 1 ਰੁਪਏ 'ਚ ਟੋਟਲ ਕਿੰਨੇ ਆਨੇ ਹੁੰਦੇ ਸੀਗੇ? 16 ਆਨੇ। ਤੇ 1957 ਵਿੱਚ ਕੀ ਡਿਸਾਈਡ ਕਰ ਦਿੱਤਾ ਗਿਆ, ਕੀ ਡਿਕਲੇਅਰ ਕੀਤਾ ਗਿਆ ਕਿ ਹੁਣ ਤੋਂ ਆਨੇ ਦੀ ਜਗ੍ਹਾ ਜਿਹੜੀ ਖਤਮ ਕਰ ਦਿੱਤੀ ਜਾਊਗੀ ਤੇ ਆਨੇ ਦੀ ਥਾਂ ਤੇ ਕੀ ਆਊਗਾ? ਪੈਸਾ। ਤੇ 1957 ਵਿੱਚ ਕੀ ਫਾਈਨਲ ਕੀਤਾ ਗਿਆ ਕਿ ਹੁਣ 1 ਰੁਪਏ ਦੇ ਵਿੱਚ ਕਿੰਨੇ ਪੈਸੇ ਹੋਣਗੇ? 100 ਪੈਸੇ। ਤੇ ਆਨੇ ਦੀ ਜਿਹੜੀ ਕੀਮਤ ਉਹਨੂੰ ਖਤਮ ਕਰਤਾ ਸੀਗਾ। ਤੇ ਹੁਣ ਆਪਾਂ ਨੂੰ ਪਤਾ ਕਿ ਹਰ ਇੱਕ ਨੋਟ ਦੇ ਉੱਪਰ ਗਾਂਧੀ ਦੀ ਫੋਟੋ ਹੈ ਤੇ ਗਾਂਧੀ ਦੀ ਫੋਟੋ ਹੀ ਹੋਏਗੀ ਹਰ ਇੱਕ ਨੋਟ ਦੇ ਉੱਪਰ। ਇਹ ਕਦੋਂ ਡਿਸਾਈਡ ਕੀਤਾ ਗਿਆ ਸੀਗਾ? 1996 ਵਿੱਚ, ਯਾਨੀ ਕਿ ਗਾਂਧੀ ਸੀਰੀਜ਼ ਨੋਟ ਕਹਿ ਦਿੰਦੇ ਆਪਾਂ ਇਹਨੂੰ। 1996 ਵਿੱਚ ਆਰਬੀਆਈ ਦੁਆਰਾ ਇਹ ਫਾਈਨਲ ਕਰ ਦਿੱਤਾ ਗਿਆ ਸੀਗਾ ਕਿ ਹੁਣ ਤੋਂ ਜਿੰਨੇ ਵੀ ਨੋਟ ਛਪਣਗੇ ਹਰ ਇੱਕ ਦੇ ਫਰੰਟ ਉੱਪਰ ਕਿਹਦੀ ਫੋਟੋ ਹੋਏਗੀ? ਗਾਂਧੀ ਦੀ। ਪਤਾ ਲੱਗ ਗਿਆ ਕਿ ਡੈਸੀਮਲ ਸਿਸਟਮ ਕੀ ਹੁੰਦਾ ਹੈ। ਠੀਕ ਹੈ ਜੀ, ਤੇ ਹੁਣ ਆਪਾਂ ਪੜਾਂਗੇ ਸਿੱਕਿਆਂ ਬਾਰੇ, ਗੋਲਡ ਕੋਇਨਸ। ਕੀ ਆਪਾਂ ਨੂੰ ਪਤਾ ਹੈ, ਆਪਾਂ ਸਟੱਡੀ 'ਚ ਪੜ੍ਹਿਆ ਸੀਗਾ ਕਿ ਜਿਹੜੀ ਆਰਬੀਆਈ ਆ ਜਾਂ ਭਾਰਤ ਸਰਕਾਰ ਹੈ ਕਿੱਥੋਂ ਤੱਕ ਦੇ ਸਿੱਕੇ ਛਾਪ ਸਕਦੀ ਹੈ? ਤਾਂ ਇਹਦਾ ਰਾਈਟ ਆਨਸਰ ਸੀਗਾ 1000 ਦਾ ਸਿੱਕਾ ਕੌਣ ਛਾਪ ਸਕਦੀ ਹੈ? ਆਰਬੀਆਈ। ਬਟ ਇਹ ਕਿਸ ਦੁਆਰਾ ਜਾਰੀ ਕੀਤਾ ਜਾਂਦਾ ਹੈ? ਜਾਰੀ ਕੀਤਾ ਜਾਂਦਾ ਮਿਨਿਸਟਰੀ ਆਫ ਫਾਈਨੈਂਸ ਯਾਨੀ ਕਿ ਵਿੱਤ ਮੰਤਰਾਲੇ ਦੁਆਰਾ ਜਾਰੀ ਕੀਤਾ ਜਾਂਦਾ 1000 ਦਾ ਸਿੱਕਾ। ਠੀਕ ਹੈ ਜੀ, ਤੇ ਵਿੱਤ ਮੰਤਰਾਲੇ ਕਿਹਦੇ ਅੰਡਰ ਕੰਮ ਕਰਦਾ ਹੈ? ਭਾਰਤ ਸਰਕਾਰ ਦੇ ਅਧੀਨ ਕੰਮ ਕਰਦਾ ਹੈ। ਉਸ ਤੋਂ ਬਾਅਦ ਜਿਹੜਾ ਅਗਲਾ ਹੈ ਕਰੰਸੀ ਨੋਟ, ਇੰਪੋਰਟੈਂਟ ਹੈ ਇਹ। ਹੁਣ ਪੇਪਰ 'ਚ ਕੁਐਸਚਨ ਬਣਦਾ ਕਿ ਕਰੰਸੀ ਨੋਟ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਹਦਾ ਰਾਈਟ ਆਨਸਰ ਹੈ 1 ਰੁਪਏ ਦੇ ਨੋਟ ਨੂੰ। 1 ਰੁਪਏ ਦੇ ਨੋਟ ਨੂੰ ਕੀ ਕਿਹਾ ਜਾਂਦਾ ਹੈ? ਕਰੰਸੀ ਨੋਟ। ਆਪਾਂ ਨੂੰ ਪਤਾ ਹੈ ਕਿ ਜਿੰਨੇ ਵੀ ਨੋਟ ਹੁੰਦੇ ਨੇ ਆਪਣੇ ਕੋਲ ਹਨਾ ਜੀ, ਤੇ ਉਹਨਾਂ ਉੱਪਰ ਸਾਈਨ ਕਿਸ ਦੇ ਹੁੰਦੇ ਨੇ? ਜਿਹੜਾ ਆਰਬੀਆਈ ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ, ਉਹਨਾਂ ਦੇ ਸਾਈਨ ਹੁੰਦੇ ਨੇ ਹਰ ਇੱਕ ਨੋਟ ਦੇ ਪਿੱਛੇ। ਬਟ 1 ਰੁਪਏ ਦਾ ਨੋਟ ਇਹੋ ਜਿਹਾ ਨੋਟ ਹੈ ਜਿਸ ਉੱਪਰ ਆਰਬੀਆਈ ਦੇ ਗਵਰਨਰ ਦੇ ਸਾਈਨ ਨਹੀਂ ਹੁੰਦੇ। ਇਸ ਦੀ ਥਾਂ ਤੇ ਕਿਹਦੇ ਸਾਈਨ ਹੁੰਦੇ? ਜਿਹੜੇ ਵਿੱਤ ਮੰਤਰਾਲੇ ਦੇ ਵਿੱਤ ਸੈਕਟਰੀ ਹੈ, ਵਿੱਤ ਸੈਕਟਰੀ ਯਾਨੀ ਕਿ ਫਾਈਨੈਂਸ ਸੈਕਟਰੀ ਦੇ ਸਾਈਨ ਹੁੰਦੇ ਨੇ 1 ਰੁਪਏ ਦੇ ਨੋਟ ਉੱਪਰ, ਤੇ ਇਸ ਨੂੰ ਹੀ ਕਰੰਸੀ ਨੋਟ ਕਿਹਾ ਜਾਂਦਾ ਹੈ। ਹਾਂਜੀ, ਆਪਾਂ ਕਰੰਸੀ ਨੋਟ ਬਾਰੇ ਪੜ੍ਹਦੇ ਕਿ ਕਰੰਸੀ ਨੋਟ ਕਿਸ ਨੂੰ ਕਿਹਾ ਜਾਂਦਾ? 1 ਰੁਪਏ ਦੇ ਨੋਟ ਨੂੰ। 1 ਰੁਪਏ ਦੇ ਨੋਟ ਨੂੰ ਛੱਡ ਕੇ ਬਾਕੀ ਜਿੰਨੇ ਵੀ ਨੋਟ ਨੇ, ਚਾਹੇ ਉਹ 2 ਰੁਪਏ ਦਾ ਹੋਵੇ, 5 ਰੁਪਏ ਦਾ ਹੋਵੇ, 10 ਦਾ ਹੋਵੇ, 20 ਦਾ ਹੋਵੇ, 50 ਦਾ ਹੋਵੇ, ਜਿਹੜਾ ਮਰਜ਼ੀ ਨੋਟ ਹੋਵੇ, ਉਹਨੂੰ ਸਾਰੇ ਨੋਟਾਂ ਨੂੰ ਕੀ ਕਿਹਾ ਜਾਂਦਾ ਹੈ? ਬੈਂਕ ਨੋਟ। ਯਾਨੀ ਕਿ 2 ਰੁਪਏ ਤੋਂ ਲੈ ਕੇ 10,000 ਤੱਕ ਦੇ ਨੋਟ ਨੂੰ, ਆਪਾਂ ਨੂੰ ਪਤਾ ਕਿ ਮੈਕਸਿਮਮ ਨੋਟ ਕਿੱਥੇ ਤੱਕ ਦਾ ਛਾਪ ਸਕਦੀ ਹੈ ਆਰਬੀਆਈ? 10,000 ਤੱਕ ਦਾ। ਯਾਨੀ ਕਿ 2 ਰੁਪਏ ਤੋਂ ਲੈ ਕੇ 10,000 ਤੱਕ ਦੇ ਨੋਟ ਨੂੰ ਕੀ ਕਿਹਾ ਜਾਂਦਾ ਹੈ? ਬੈਂਕ ਨੋਟ। ਠੀਕ ਹੈ, ਤੇ ਇਸ ਉੱਪਰ ਕਿਹਦੇ ਸਾਈਨ ਹੁੰਦੇ ਨੇ? ਆਰਬੀਆਈ ਰਿਜ਼ਰਵ ਬੈਂਕ ਆਫ ਇੰਡੀਆ ਦੇ ਜਿਹੜੇ ਗਵਰਨਰ ਹੋਣਗੇ ਉਹਨਾਂ ਦੇ ਸਾਈਨ ਹੋਣਗੇ। ਠੀਕ ਹੈ, 1 ਰੁਪਏ ਦੇ ਨੋਟ ਉੱਪਰ ਕਿਹਦੇ ਸਾਈਨ ਹੁੰਦੇ ਸੀਗੇ? ਵਿੱਤ ਮੰਤਰਾਲੇ ਦੇ ਜਿਹੜੇ ਸੈਕਟਰੀ ਹੁੰਦੇ ਨੇ ਉਹਨਾਂ ਦੇ। ਤੇ 2 ਰੁਪਏ ਤੋਂ ਲੈ ਕੇ 10,000 ਤੱਕ ਦੇ ਨੋਟਾਂ ਉੱਪਰ ਕਿਹਦੇ ਸਾਈਨ ਹੋਣਗੇ? ਆਰਬੀਆਈ ਦੇ ਗਵਰਨਰ ਦੇ। ਆਪਾਂ ਨੂੰ ਪਤਾ ਕਿ ਆਰਬੀਆਈ ਕਿਹੜੇ ਸੈਕਸ਼ਨ ਦੇ ਅੰਡਰ ਨੋਟ ਛਾਪ ਸਕਦੀ ਹੈ? ਅੰਡਰ ਸੈਕਸ਼ਨ 24। ਬਟ ਇਹਦੇ ਲਈ ਇੱਕ ਰਿਜ਼ਰਵ ਸਿਸਟਮ ਹੁੰਦਾ ਹੈ, ਯਾਨੀ ਕਿ ਜਦੋਂ ਤੱਕ ਆਰਬੀਆਈ ਕੋਲ 200 ਕਰੋੜ ਨਹੀਂ ਹੋਏਗਾ ਉਦੋਂ ਤੱਕ ਉਹ ਪੈਸਾ ਨਹੀਂ ਛਾਪ ਸਕਦੀ। 200 ਕਰੋੜ ਦੇ ਵਿੱਚ 115 ਕਰੋੜ ਤੱਕ ਦਾ ਉਹਦੇ ਕੋਲ ਸੋਨਾ ਹੋਣਾ ਚਾਹੀਦਾ ਹੈ ਅਤੇ 85 ਕਰੋੜ ਤੱਕ ਦੀ ਉਹਦੇ ਕੋਲ ਵਿਦੇਸ਼ੀ ਕਰੰਸੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਹੀ
ਉਹ ਕੀ ਕਰ ਸਕਦੀ ਹੈ, ਨੋਟ ਛਾਪ ਸਕਦੀ ਹੈ। ਜਦੋਂ ਤੱਕ ਉਹ ਆਹ ਕ੍ਰਾਈਟੇਰੀਆ ਨਹੀਂ ਪੂਰਾ ਕਰ ਦਿੰਦੀ ਉਦੋਂ ਤੱਕ ਉਹ ਨੋਟ ਨਹੀਂ ਛਾਪ ਸਕਦੀ। ਹਾਂਜੀ, ਆਪਾਂ ਕਰੰਸੀ ਨੋਟ, ਬੈਂਕ ਨੋਟ ਇਹ ਸਾਰੇ ਪੜ੍ਹ ਚੁੱਕੇ ਹਾਂ ਤੇ ਇਸ ਤੋਂ ਬਾਅਦ ਆਪਾਂ ਪੜਾਂਗੇ ਸਿੱਕੇ ਬਣਾਉਣ ਵਾਲੀ ਥਾਵਾਂ। ਸਿੱਕੇ ਕਿੱਥੇ ਕਿੱਥੇ ਆਪਣੇ ਭਾਰਤ ਵਿੱਚ ਬਣਾਏ ਜਾਂਦੇ ਹਨ। ਕੁਆਇਨ ਮਿੰਟਡ ਪ੍ਰੈਸ, ਸਭ ਤੋਂ ਪਹਿਲਾਂ ਕਲਕੱਤਾ। ਜਿੰਨੇ ਵੀ ਸਿੱਕੇ ਨੇ, ਜਿੰਨੇ ਵੀ ਕੁਆਇਨ ਨੇ, ਉਹਨਾਂ ਦੇ ਤੁਸੀਂ ਪਿੱਛੇ ਦੇਖਿਓ, ਉਹਦੇ ਥੱਲੇ ਬੋਟਮ ਤੇ ਇੱਕ ਕੋਈ ਨਾ ਕੋਈ ਸਿੰਬਲ ਬਣਿਆ ਹੁੰਦਾ ਹੈ। ਜੇ ਕਿਸੇ ਵੀ ਸਿੱਕੇ, ਜਿਵੇਂ ਮੰਨ ਲਓ ਸਿੱਕਾ ਆ, ਉਹਦੇ ਇਸ ਸਾਈਡ ਜਿਵੇਂ ਬੋਟਮ ਤੇ ਕੋਈ ਨਾ ਕੋਈ ਸਿੰਬਲ ਬਣਿਆ ਹੁੰਦਾ ਹੈ। ਜੇ ਕੋਈ ਸਿੰਬਲ ਨਹੀਂ ਹੈ ਯਾਨੀ ਕਿ ਉਹ ਕਿੱਥੇ ਬਣਾਇਆ ਗਿਆ, ਕਲਕੱਤੇ 'ਚ। ਜੇ ਉਹਦੇ ਪਿੱਛੇ ਡਾਇਮੰਡ ਹੈ, ਠੀਕ ਹੈ, ਤਾਂ ਉਹ ਕਿੱਥੇ ਬਣਿਆ ਹੋਇਆ, ਮੁੰਬਈ 'ਚ। ਜੇ ਕਿਸੇ ਸਿੱਕੇ ਦੇ ਥੱਲੇ ਸਟਾਰ ਮਾਰਕ ਹੈ ਤਾਂ ਉਹ ਕਿੱਥੇ ਬਣਿਆ ਹੋਇਆ, ਹੈਦਰਾਬਾਦ 'ਚ। ਜੇ ਕਿਸੇ ਸਿੱਕੇ ਦੇ ਥੱਲੇ ਸਿਰਫ ਇੱਕ ਡੋਟ ਹੈ ਯਾਨੀ ਕਿ ਇੱਕ ਛੋਟਾ ਜਿਹਾ ਸਰਕਲ ਹੈ ਤਾਂ ਉਹ ਕਿੱਥੇ ਬਣਾਇਆ ਗਿਆ, ਨੋਇਡਾ 'ਚ। ਕਲਕੱਤਾ, ਮੁੰਬਈ, ਹੈਦਰਾਬਾਦ, ਨੋਇਡਾ, ਸਿਰਫ ਇਹ 4 ਥਾਵਾਂ ਨੇ ਆਪਣੇ ਇੰਡੀਆ ਦੀਆਂ ਜਿੱਥੇ ਕਿ ਸਿੱਕੇ ਤਿਆਰ ਕੀਤੇ ਜਾਂਦੇ ਹਨ। ਹਾਂਜੀ, ਆਪਾਂ ਕੁਆਇਨ ਬਾਰੇ ਪੜ੍ਹ ਲਿਆ, ਸਿੱਕੇ ਬਾਰੇ ਪੜ੍ਹ ਲਿਆ ਕਿ ਆਪਣੇ ਭਾਰਤ ਵਿੱਚ ਸਿੱਕੇ ਕਿੱਥੇ ਕਿੱਥੇ ਬਣਾਏ ਜਾਂਦੇ ਹਨ। ਉਸ ਤੋਂ ਬਾਅਦ ਆਪਾਂ ਪੜਾਂਗੇ ਆਪਣੇ ਭਾਰਤ ਵਿੱਚ ਨੋਟ ਪ੍ਰਿੰਟਿੰਗ ਪ੍ਰੈਸ ਕਿੱਥੇ ਕਿੱਥੇ ਹੈ। ਸਭ ਤੋਂ ਪਹਿਲੀ ਹੈ ਨਾਸਿਕ, ਮਹਾਰਾਸ਼ਟਰ ਵਿੱਚ। ਦੂਜੀ ਦੇਵਾਸ, ਮੱਧ ਪ੍ਰਦੇਸ਼। ਤੀਜੀ ਮੈਸੂਰ, ਕਰਨਾਟਕਾ। ਚੌਥੀ ਹੈ ਸਲਗੋਨੀ। ਸਿਰਫ ਇੰਡੀਆ ਦੀਆਂ 4 ਥਾਵਾਂ ਨੇ ਜਿੱਥੇ ਕਿ ਨੋਟ ਬਣਾਏ ਜਾਂਦੇ ਹਨ। ਠੀਕ ਹੈ, ਤੇ ਇੱਕ ਕੁਐਸਚਨ ਬਣਦਾ ਹੈ ਕਿ ਜਿਹੜੇ ਨੋਟ ਬਣਾਉਣ ਵਿੱਚ ਜਿਹੜਾ ਪੇਪਰ, ਕਾਗਜ਼ ਯੂਜ਼ ਕੀਤਾ ਜਾਂਦਾ ਹੈ, ਇਸਤੇਮਾਲ ਕੀਤਾ ਜਾਂਦਾ, ਉਹ ਕਿੱਥੋਂ ਆਉਂਦਾ ਹੈ? ਤਾਂ ਉਹਦਾ ਆਨਸਰ ਹੈ ਜਾਪਾਨ। ਜਿਹੜਾ ਆਪਾਂ ਨੋਟਾਂ ਦਾ ਜਿਹੜਾ ਕਾਗਜ਼ ਹੈ ਉਹ ਕਿੱਥੋਂ ਆਉਂਦਾ ਹੈ, ਜਾਪਾਨ। ਹਾਂਜੀ, ਜਿੱਦਾਂ ਕਿ ਆਪਾਂ ਨੋਟਸ ਬਾਰੇ ਸਾਰਾ ਕੁਝ ਪੜ੍ਹ ਚੁੱਕੇ ਹਾਂ, ਕੁਆਇਨ ਬਾਰੇ ਸਾਰਾ ਕੁਝ ਪੜ੍ਹ ਚੁੱਕੇ ਹਾਂ, ਤੇ ਇਸ ਤੋਂ ਇਲਾਵਾ ਇੱਕ ਕੁਐਸਚਨ ਹੈ ਪਹਿਲਾਂ ਉਹ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਹਰ ਇੱਕ ਨੋਟ ਦੇ ਉੱਪਰ ਹੁਣ ਜਿਹੜਾ ਸਿੰਬਲ ਛਪਿਆ ਹੁੰਦਾ ਹੈ, ਆਹ ਵਾਲਾ ਸਿੰਬਲ, ਆਹ ਕਿਸ ਦੁਆਰਾ ਡਿਜ਼ਾਈਨ ਕੀਤਾ ਗਿਆ ਸੀਗਾ? ਤਾਂ ਇਹਦਾ ਰਾਈਟ ਆਨਸਰ ਹੈ ਉਦੈ ਕੁਮਾਰ ਦੁਆਰਾ। 2010 ਵਿੱਚ ਉਦੈ ਕੁਮਾਰ ਦੁਆਰਾ ਇਸ ਨੂੰ ਡਿਜ਼ਾਈਨ ਕੀਤਾ ਗਿਆ ਸੀਗਾ 2010 ਵਿੱਚ, ਤੇ 2011 ਵਿੱਚ ਇਹ ਨੋਟਾਂ ਉੱਪਰ ਆਉਣਾ ਸ਼ੁਰੂ ਹੋ ਗਿਆ ਸੀ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਆਪਾਂ ਪੜਾਂਗੇ ਨੋਟ ਦੇ ਕਲਰ ਕਿਹੜੇ ਹੁੰਦੇ ਨੇ, ਇਹਨਾਂ ਦਾ ਸਾਈਜ਼ ਕਿਹੜਾ ਹੁੰਦਾ, ਤੇ ਇਹਨਾਂ ਦੇ ਜਿਹੜੀ ਬੈਕ ਸਾਈਡ ਤੇ ਪਿਕਚਰ ਹੈ ਕਿਹੜੀ ਛਪੀ ਹੁੰਦੀ ਹੈ, ਕਿਉਂਕਿ ਇਹ ਕੰਪੀਟੀਟਿਵ ਐਗਜ਼ਾਮ 'ਚ ਬਹੁਤ ਵਾਰ ਪੁੱਛਿਆ ਜਾਂਦਾ ਹੈ। ਕੰਪੀਟੀਟਿਵ ਐਗਜ਼ਾਮ 'ਚ ਮੋਸਟਲੀ ਚੀਜ਼ਾਂ ਉਹ ਵੀ ਪੁੱਛੇ ਜਾਂਦੇ ਨੇ ਜਿਹੜੀ ਕਿ ਤੁਹਾਡੀ ਡੇਲੀ ਰੂਟੀਨ 'ਚ ਹੋ ਰਹੀਆਂ ਹੋਣ। ਠੀਕ ਹੈ, ਤੇ 10 ਰੁਪਏ ਦੇ ਨੋਟ ਦਾ ਕਲਰ ਕਿਹੜਾ, ਚਾਕਲੇਟ ਬਰਾਊਨ। ਸਾਈਜ਼ ਹੈ ਇਹਦਾ 63x123 mm, ਤੇ ਇਹਦੀ ਜਿਹੜੀ ਪਿਕਚਰ ਹੈ ਯਾਨੀ ਕਿ ਇਹਦੀ ਬੈਕ ਸਾਈਡ ਤੇ ਪਿਕਚਰ ਕਿਹੜੀ ਛਪੀ ਹੋਈ ਹੈ, ਫੋਟੋ ਕਿਹੜੀ ਛਪੀ ਹੋਈ ਹੈ, ਸਨ ਟੈਂਪਲ, ਕੋਨਾਰਕ, ਉੜੀਸਾ। ਔਰ ਤੁਹਾਡਾ ਇੱਕ ਕੁਐਸਚਨ ਹੋਰ ਕਲੀਅਰ ਹੁੰਦਾ ਕਿ ਸਨ ਟੈਂਪਲ ਕਿੱਥੇ ਹੈ, ਕੋਨਾਰਕ, ਉੜੀਸਾ ਵਿੱਚ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 20 ਰੁਪਏ ਦੀ ਨੋਟ ਦੀ। 20 ਰੁਪਏ ਦਾ ਨੋਟ ਜਿਹੜਾ ਹੈ ਕਿਹੜੇ ਕਲਰ ਦਾ, ਗ੍ਰੀਨਿਸ਼ ਯੈਲੋ, ਕਿਉਂਕਿ ਦੇਖਣ 'ਚ ਕਲਰ ਕੁਝ ਹੋਰ ਲੱਗਦਾ ਹੈ, ਐਕਚੁਅਲ 'ਚ ਕਲਰ ਦਾ ਨੇਮ ਕੁਝ ਹੋਰ ਹੈ। ਠੀਕ ਹੈ, ਗ੍ਰੀਨਿਸ਼ ਯੈਲੋ। ਸਾਈਜ਼ ਕੀ ਹੈ ਇਹਦਾ 63x129 mm। ਪਿਕਚਰ ਕੀ ਹੈ ਇਹਦੇ, ਫੋਟੋ ਕਿਹੜੀ ਛਪੀ ਹੋਈ ਹੈ ਵਿੱਚ, ਐਲੋਰਾ ਕੇਵਸ। ਐਲੋਰਾ ਕੇਵਸ ਕਿੱਥੇ ਹੈ, ਪੇਪਰ 'ਚ ਬਹੁਤ ਵਾਰ ਕੁਐਸਚਨ ਆਉਂਦਾ ਹੈ ਕਿ ਐਲੋਰਾ ਦੀਆਂ ਗੁਫਾਵਾਂ ਕਿੱਥੇ ਨੇ, ਔਰੰਗਾਬਾਦ, ਮਹਾਰਾਸ਼ਟਰ ਦੇ ਵਿੱਚ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 50 ਰੁਪਏ ਦੇ ਨੋਟ ਦੀ। ਇਹਦਾ ਕਲਰ ਕਿਹੜਾ, ਫਲੋਰੋਸੈਂਟ ਬਲੂ, ਤੇ ਇਹਦਾ ਸਾਈਜ਼ ਕੀ ਹੈ 66x135, ਤੇ ਇਹਦੀ ਜਿਹੜੀ ਫੋਟੋ ਹੈ ਬੈਕ ਸਾਈਡ ਤੇ ਕਿਹਦੀ ਹੈ, ਹੰਪੀ ਟੈਂਪਲ, ਕਰਨਾਟਕਾ। ਕੱਲੇ ਨੋਟ ਦੇ ਨਾਲ ਤੁਸੀਂ ਇਹ ਨਾ ਸੋਚੋ ਕਿ ਕੱਲੇ ਤੁਹਾਡੇ ਨੋਟ ਦਾ ਹੀ ਇੱਕ ਕਨਸੈਪਟ ਕਲੀਅਰ ਹੋ ਰਿਹਾ, ਇਹ ਸੋਚੋ ਕਿ ਜਿਹੜੇ ਟੈਂਪਲ ਹੈ, ਠੀਕ ਹੈ ਜੀ, ਤੁਹਾਡੇ ਉਹ ਵੀ ਕਲੀਅਰ ਹੋ ਰਹੇ ਨੇ ਨਾਲ। ਤੇ ਉਸ ਤੋਂ ਬਾਅਦ ਹੈ 100 ਰੁਪਏ ਦਾ ਨੋਟ। 100 ਰੁਪਏ ਦਾ ਨੋਟ ਦਾ ਕਲਰ ਕੀ ਹੈ, ਲੈਵੈਂਡਰ। ਸਾਈਜ਼ ਕੀ ਹੈ 66x142 mm, ਤੇ ਇਹਦੀ ਜਿਹੜੀ ਪਿਕਚਰ ਹੈ, ਫੋਟੋ ਕਿਹੜੀ ਹੈ, ਰਾਣੀ ਕੀ ਬਾਗ, ਉਹ ਕਿੱਥੇ ਹੈ, ਗੁਜਰਾਤ ਦੇ ਵਿੱਚ। ਹਾਂਜੀ, ਆਪਾਂ 100 ਦੇ ਨੋਟ ਤੱਕ ਦੇਖ ਚੁੱਕੇ ਹਾਂ, ਹੁਣ ਆਪਾਂ ਕਰਦੇ ਹਾਂ 200 ਦਾ ਨੋਟ। 200 ਦੇ ਨੋਟ ਦਾ ਕਲਰ ਕਿਹੜਾ ਹੁੰਦਾ, ਬ੍ਰਾਈਟ ਯੈਲੋ। ਸਾਈਜ਼ ਕਿੰਨਾ ਹੈ 66x146 mm, ਤੇ ਇਹਦੇ ਬੈਕ ਸਾਈਡ ਤੇ ਕਿਹੜੀ ਫੋਟੋ ਛਪੀ ਹੁੰਦੀ ਹੈ, ਸਾਂਚੀ ਕਾ ਸਤੂਪ। ਸਾਂਚੀ ਕਾ ਸਤੂਪ ਕਿੱਥੇ ਹੈ, ਐਮਪੀ 'ਚ, ਮੱਧ ਪ੍ਰਦੇਸ਼। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 500 ਦੇ ਨੋਟ ਦੀ। ਇਹਦਾ ਕਲਰ ਕਿਹੜਾ ਹੁੰਦਾ, ਸਟੋਨ ਗ੍ਰੇ। ਸਾਈਜ਼ ਕਿੰਨਾ 66x150 mm, ਤੇ ਇਹਦੇ ਬੈਕ ਸਾਈਡ ਤੇ ਫੋਟੋ ਕਿਹੜੀ ਹੁੰਦੀ ਹੈ, ਰੈੱਡ ਫੋਰਟ, ਲਾਲ ਕਿਲਾ, ਦਿੱਲੀ ਦੀ, ਜਿਹੜਾ ਕਿ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 2000 ਦੇ ਨੋਟ ਦੀ। ਇਹਦਾ ਕਲਰ ਕਿਹੜਾ ਹੁੰਦਾ, ਮੈਜੈਂਟਾ। 66x166 mm ਦਾ ਸਾਈਜ਼ ਹੈ, ਤੇ ਇਹਦੇ ਬੈਕ ਸਾਈਡ ਤੇ ਫੋਟੋ ਕਿਹੜੀ ਛਪੀ ਹੋਈ ਹੈ, ਮੰਗਲਯਾਨ ਦੀ। ਤੇ ਹਰ ਇੱਕ ਨੋਟ ਦੇ ਉੱਪਰ ਕਿੰਨੀ ਲੈਂਗੁਏਜਸ ਲਿਖੀਆਂ ਹੁੰਦੀਆਂ ਨੇ, 17 ਲੈਂਗੁਏਜਸ। ਹਾਂਜੀ, ਮੈਂ ਉਮੀਦ ਕਰਦਾ ਕਿ ਜਿਹੜੀ ਅੱਜ ਆਪਾਂ ਕੰਟੈਂਟ ਕਵਰ ਅਪ ਕੀਤਾ ਆ ਮਨੀ ਟੌਪਿਕ ਦੇ ਵਿੱਚ ਉਹ ਤੁਹਾਨੂੰ ਪਸੰਦ ਆਊਗਾ। ਜੇ ਵੀਡੀਓ ਪਸੰਦ ਆਈ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਆਪਣੇ ਫਰੈਂਡਸ ਨਾਲ, ਆਪਣੇ ਫੈਮਿਲੀ ਮੈਂਬਰਸ ਨਾਲ,
ਠੀਕ ਹੈ, ਤਾਂ ਕਿ ਇਹੀ ਜਾਣਕਾਰੀ ਹਰ ਇੱਕ ਨੂੰ ਪ੍ਰਾਪਤ ਹੋ ਸਕੇ। ਠੀਕ ਹੈ, ਤੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ, ਵੱਧ ਤੋਂ ਵੱਧ ਨੌਲੇਜ ਗੇਨ ਕਰਨ ਲਈ ਤੁਸੀਂ ਸਾਡਾ ਇੰਸਟਾਗ੍ਰਾਮ ਚੈਨਲ ਫੋਲੋ ਕਰ ਸਕਦੇ ਹੋ, YouTube ਚੈਨਲ ਫੋਲੋ ਕਰ ਸਕਦੇ ਹੋ, ਤੇ ਇਸ ਦੇ ਨਾਲ ਹੀ ਫੇਸਬੁੱਕ ਦਾ ਇੱਕ ਪੇਜ ਬਣਾਇਆ ਹੋਇਆ ਸਾਡਾ ਫਿਊਚਰ ਇਨ ਆਵਰ ਓਨ ਹੈਂਡ ਤੋਂ, ਜਿਹਦਾ ਲਿੰਕ ਮੈਂ ਬਾਇਓ 'ਚ ਦੇ ਦਾਂਗਾ, ਤੇ ਤੁਸੀਂ ਉੱਥੇ ਫੋਲੋ ਕਰ ਸਕਦੇ ਹੋ। ਥੈਂਕ ਯੂ ਸੋ ਮਚ, ਹੈਵ ਅ ਗੁੱਡ ਡੇ।